ਚਾਰ ਜਿਹੜੀਆਂ ਸਿੰਕਰੋਨਾਈਜ਼ਿੰਗ ਦੇ ਕੰਡੀਸ਼ਨਸ ਨੇ ਇਹਨਾਂ ਨੂੰ ਅੱਜ ਆਪਾਂ ਦੇਖਾਂਗੇ ਕਿ ਵੀ ਇਹਨਾਂ ਨੂੰ ਕਰਨ ਦੀ ਲੋੜ ਕਿਉਂ ਪੈਂਦੀ ਹੈ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਦੇ ਹਾਂ। ਇਸ ਤਰ੍ਹਾਂ ਪਹਿਲੀ ਕੰਡੀਸ਼ਨ ਹੈ ਵੋਲਟੇਜ ਮਸਟ ਵੀ ਇਕੁਅਲ। ਜੇ ਵੋਲਟੇਜ ਇਕੁਅਲ ਹੋਣਗੀਆਂ ਤਾਂ ਐਕਸਟਰਨਲ ਸਰਕਟ 'ਚ V1 V2 ਦੋਨੋਂ ਲਈ ਸੇਮ ਨੇ। ਐਕਸਟਰਨਲ ਸਰਕਟ ਲਈ ਇਸ ਜਗ੍ਹਾ 'ਤੇ ਵੋਲਟੇਜ V1 ਹੈ, ਮੰਨ ਲਓ ਇੱਕ ਇੱਥੇ ਵੋਲਟੇਜ V1 ਹੈ ਇਸ ਅਲਟਰਨੇਟਰ ਦੀ ਇੱਕ ਦੀ, ਤਾਂ ਦੂਸਰੇ ਅਲਟਰਨੇਟਰ ਦੀ V1 ਵੋਲਟੇਜ ਕੋਰਸਪੋਂਡਿੰਗ ਇਸ ਪੁਆਇੰਟ ਤੇ ਵੀ V1 ਹੋਏਗੀ। ਇਜ਼ ਇਟ ਓਕੇ? ਹੈਲੋ, ਤਾਂ ਇੱਥੇ ਦੋਨਾਂ ਦੀ ਜੇ V1 ਹੋਏਗੀ ਤਾਂ ਫਿਰ ਕੀ ਹੋਏਗਾ, ਵੋਲਟੇਜ ਜੇ ਸੇਮ ਹੈ ਤਾਂ ਹੀ ਕਾਂਸਟੈਂਟ ਵੋਲਟੇਜ ਰਹੇਗੀ ਆਪਣੀ ਲਾਈਨ ਦੀ, ਰਾਈਟ। ਦੋਨਾਂ ਦੀ ਵੋਲਟੇਜ ਹੋਏਗੀ ਇਕੁਅਲ, ਪਰ ਆਪਸ ਵਿੱਚ ਹੀ ਕੀ ਹੋਏਗੀ, ਫਾਰ ਇੰਟਰਨਲ ਸਰਕਟ ਆ ਰਾਈਟ ਸਾਈਡ ਤੇ ਬਣਿਆ V1 ਦੇ V2 ਐਗਜ਼ੈਕਟਲੀ ਆਪੋਜਿਟ, ਜਿਵੇਂ ਕੱਲ ਆਪਾਂ ਸੈੱਲ ਦੀ ਐਗਜ਼ਾਮਪਲ ਲੈ ਕੇ ਸਮਝਿਆ ਸੀਗਾ, ਠੀਕ ਹੈ। ਜੇ ਇਧਰੋਂ V1 ਇਧਰੋਂ ਕਰੰਟ ਦੇਖੋ ਇਸ ਪਾਸੇ ਤੋਂ ਇਸ ਲਾਈਨ ਦੇ ਵਿੱਚੋਂ ਕਰੰਟ ਸਾਡੇ ਕੋਲੇ ਬਾਹਰ ਆ ਰਿਹਾ, ਇੱਥੋਂ ਸਮਝ ਸਕਦੇ ਆਪਾਂ, ਆਹ ਲਾਈਨ ਦੇ ਵਿੱਚੋਂ ਕਰੰਟ ਬਾਹਰ ਨੂੰ ਆ ਰਿਹਾ, ਮਤਲਬ ਵੋਲਟੇਜ ਦੀ ਡਾਇਰੈਕਸ਼ਨ ਇਧਰਲੇ ਪਾਸੇ ਨੂੰ ਹੈ ਨਾ, ਪੋਜ਼ਿਟਿਵ। ਇਹਦੇ ਨਾਲ ਜਿਹੜਾ ਟਰਮੀਨਲ ਜੁੜਿਆ ਉਹਦੀ ਵੀ ਕਰੰਟ ਇਧਰਲੇ ਪਾਸੇ ਨੂੰ ਹੀ ਆ ਰਿਹਾ, ਠੀਕ ਹੈ। ਤਾਂ ਐਗਜ਼ੈਕਟ ਫੇਜ਼ ਆਪੋਜੀਸ਼ਨ ਬਣ ਗਿਆ, ਇਹਦਾ ਮਤਲਬ ਹੈ। ਤੇ ਜਿਹੜਾ ਦੂਜਾ ਦੇਖਦੇ ਆਪਾਂ ਪਹਿਲਾਂ V1 V2 ਸੇਮ ਹੈ ਇੰਟਰਨਲ ਐਕਸਟਰਨਲ ਸਰਕਟ ਲਈ, ਬਾਹਰਲੇ ਸਰਕਟ ਲਈ ਕੀ ਹੈ, ਇਸ ਪੁਆਇੰਟ ਤੋਂ ਵੀ ਲੋਡ ਨੂੰ ਕਰੰਟ ਜਾ ਰਿਹਾ, ਇਸ ਪੁਆਇੰਟ ਤੋਂ ਵੀ ਲੋਡ ਨੂੰ ਕਰੰਟ ਇਧਰ ਨੂੰ ਜਾ ਰਿਹਾ, ਸੇਮ ਡਾਇਰੈਕਸ਼ਨ 'ਚ। ਇਜ਼ ਇਟ ਓਕੇ? ਤਾਂ ਹੁਣ ਆਪਾਂ ਦੇਖਦੇ ਹਾਂ ਵੀ ਜੇ ਸੇਮ ਨਾ ਹੋਣ ਇਹ ਫਿਰ ਕੀ ਫਰਕ ਪੈ ਗਿਆ। ਤਾਂ ਆਪਾਂ ਸੇਮ ਦਾ ਕੇਸ ਦੇਖ ਲਿਆ ਵੀ ਜੇ ਦੋਨੋਂ ਸੇਮ ਨੇ। ਹੁਣ ਜੇ ਦੋਨੋਂ ਸੇਮ ਨਹੀਂ ਹੈ ਫਿਰ ਕੀ ਹੋਏਗਾ। ਹੁਣ ਇੱਥੇ ਧਿਆਨ ਨਾਲ ਦੇਖੋ, ਜੇ ਤਾਂ ਦੋਨੋਂ ਡਿਫਰੈਂਟ ਨੇ, ਆਪੋਜੀਸ਼ਨ 'ਚ ਤਾਂ ਹੈਗੇ ਨੇ, V1 ਦੇ ਆਪੋਜਿਟ V2 ਹੈ, ਪਰ V2 V1 ਨਾਲੋਂ ਘੱਟ ਹੈ, ਠੀਕ ਹੈ। V1 ਨਾਲੋਂ V2 ਘੱਟ ਹੈ ਤਾਂ ਫਿਰ ਕੀ ਹੋਏਗਾ, ਰਿਜ਼ਲਟੈਂਟ ਵੋਲਟੇਜ ਆ ਜਾਏਗੀ ER। ਰਿਜ਼ਲਟੈਂਟ ਵੋਲਟੇਜ ਇੱਕ ਕਰੰਟ ਸਰਕੂਲੇਟ ਕਰੇਗੀ IS, ਸਿੰਕਰੋਨਾਈਜ਼ਿੰਗ ਕਰੰਟ, ਜਿਹੜਾ ਇਹਨੂੰ 90 ਡਿਗਰੀ ਲੈਗ ਕਰੇਗਾ। ਇਹ ਕਰੰਟ ਕਿੱਥੋਂ ਚੱਲੇਗਾ, ਜਿਹੜੇ ਆ ਡਾਟਡ ਲਾਈਨਾਂ ਨਾਲ ਸ਼ੋ ਕੀਤੇ ਹੋਏ ਨੇ, ਐਸ ਅਲਟਰਨੇਟਰ 'ਚੋਂ ਮੰਨ ਲਓ ਬਾਹਰ ਆ ਗਿਆ ਤਾਂ ਦੂਜੇ ਦੇ ਅੰਦਰ ਜਾਏਗਾ, ਇਹਦੇ ਦੂਜੇ ਟਰਮੀਨਲ ਤੋਂ ਬਾਹਰ ਆ ਕੇ ਪਹਿਲੇ ਦੇ ਅੰਦਰ ਆਹ ਸਰਕਟ ਆਪਣਾ ਕੰਪਲੀਟ ਕਰੇਗਾ, ਜਿਹੜਾ ਡਾਟਡ ਲਾਈਨ ਨਾਲ ਸ਼ੋ ਕੀਤਾ ਹੋਇਆ। ਇਹ ਸਰਕਟ ਦਾ ਕਰੰਟ ਸਾਡਾ ਲੋਡ ਨੂੰ ਨਹੀਂ ਗਿਆ, ਇਹ ਸਿਰਫ ਲਾਸ ਕ੍ਰੀਏਟ ਕਰੇਗਾ ਮਸ਼ੀਨ ਦੇ ਵਿੱਚ। ਇਹਨੂੰ ਕਹਿੰਦੇ ਅਸੀਂ ਸਿੰਕਰੋਨਾਈਜ਼ਿੰਗ ਕਰੰਟ। ਇਹ ਅਨਨੈਸੈਸਰੀ ਈਵਲ ਹੈ, ਇਹਦੀ ਲੋੜ ਨਹੀਂ ਹੈ ਸਾਨੂੰ। ਇਹ ਕਦੋਂ ਨਹੀਂ ਆਏਗਾ, ਜੇ V1 ਤੇ V2 ਇਕੁਅਲ ਹੋਣਗੇ। ਇਜ਼ ਇਟ ਓਕੇ? ਹੈਲੋ, ਹੈਲੋ, ਤੁਹਾਡਾ ਜਵਾਬ ਨਹੀਂ ਆ ਰਿਹਾ ਵੀ ਕਿਸੇ ਦਾ, ਆਵਾਜ਼ ਨਹੀਂ ਆ ਰਹੀ ਮੇਰੀ। ਅੱਛਾ, ਕੋਈ ਨਾ, ਆਪਣੇ ਆਪ ਥੋੜ੍ਹੀ ਦੇਰ ਠੀਕ ਹੋ ਜਾਣੀ ਹੈ। ਕੰਟੀਨਿਊ ਕਰਦੇ ਆਪਾਂ। ਦੂਸਰੀ ਕੰਡੀਸ਼ਨ ਹੈ ਸਾਡੀ ਫੇਜ਼ ਆਪੋਜੀਸ਼ਨ ਦੀ। ਜੇ V1 ਦੇ ਤੇ V2 ਆਪੋਜਿਟ ਨੇ ਐਗਜ਼ੈਕਟਲੀ, ਇੱਥੇ V2 ਹੈ ਇੱਥੇ V1 ਹੈ, ਤਾਂ ਰਿਜ਼ਲਟੈਂਟ 0 ਬਣੇਗਾ। ਫਿਰ ਲੋਕਲ ਕਰੰਟ ਆ ਡਾਟਡ ਲਾਈਨ ਵਾਲਾ 0 ਹੋ ਜਾਏਗਾ। ਤੇ ਜੇ ਇੱਕ ਵੋਲਟੇਜ ਦਾ ਵੈਕਟਰ ਇੱਥੇ ਚੱਲ ਰਿਹਾ, ਦੂਸਰਾ ਇਹਦੇ ਐਗਜ਼ੈਕਟ ਫੇਜ਼ ਆਪੋਜੀਸ਼ਨ 'ਚ ਨਹੀਂ, ਇਸ ਐਂਗਲ 'ਤੇ ਹੈ, ਤਾਂ ਫਿਰ ਵੈਕਟਰ ਸਾਹਮਣੇ ਦਾ ਰਿਜ਼ਲਟੈਂਟ ਆ ਬਣ ਗਿਆ ER। ਫਿਰ ਸਾਡੇ ਕੋਲ ਫਿਰ ਸਿੰਕਰੋਨਾਈਜ਼ਿੰਗ ਕਰੰਟ ਆਏਗਾ ਜਿਹੜਾ ਇੱਥੇ ਫਲੋ ਕਰੇਗਾ। ਤਾਂ ਸੈਕੰਡ ਕੰਡੀਸ਼ਨ ਵੀ ਆਪਾਂ ਇਹ ਦੇਖਾਂਗੇ, ਚਾਰੋਂ ਦੀਆਂ ਚਾਰੋਂ ਕੰਡੀਸ਼ਨ 'ਚੋਂ ਜਿਹੜੀ ਵੀ ਆਪਾਂ ਅਪਲਾਈ ਨਹੀਂ ਕਰਦੇ ਤਾਂ ਸਾਡੇ ਕੋਲੇ ਸਿੰਕਰੋਨਾਈਜ਼ਿੰਗ ਕਰੰਟ ਆਏਗਾ ਸਰਕਟ 'ਚ, ਜਿਹੜਾ ਲਾਸ ਕ੍ਰੀਏਟ ਕਰੇਗਾ। ਓਕੇ, ਤਾਂ ਪਹਿਲੀਆਂ ਦੋ ਕੰਡੀਸ਼ਨਸ ਆਪਾਂ ਨੇ ਦੇਖ ਲਈਆਂ ਵੀ ਇਹ ਪਹਿਲੀ ਡਾਇਗਰਾਮ ਦੱਸਦੀ ਹੈ ਵੀ ਜੇ V1 ਤੇ V2 ਬਰਾਬਰ ਨਾ ਹੋਣ, ਇੱਕ ਜ਼ਿਆਦਾ ਹੋਏ ਇੱਕ ਘੱਟ ਹੋਏ, ਤਾਂ ਸਾਡੇ ਕੋਲ ਰਿਜ਼ਲਟੈਂਟ EMF ਆ ਜਾਏਗਾ, ਦੋਨਾਂ 'ਚ ਕਰੰਟ ਫਲੋ ਕਰੇਗਾ। ਜੇ ਦੋਨੋਂ ਕਿਸੇ 180 ਡਿਗਰੀ ਤੋਂ ਘੱਟ ਦੇ ਐਂਗਲ 'ਤੇ ਹੋਣ ਤਾਂ ਵੀ ਸਾਡੇ ਕੋਲੇ ਰਿਜ਼ਲਟੈਂਟ EMF ER ਆ ਜਾਏਗਾ, ਫਿਰ ਵੀ ਕਰੰਟ ਫਲੋ ਕਰੇਗਾ। ਔਰ ਇਹਨੂੰ ਠੀਕ ਕਰਨ ਲਈ ਅਸੀਂ ਕੀ ਕਰਦੇ ਹਾਂ, V1 ਤੇ V2 ਇਕੁਅਲ ਰੱਖਦੇ ਹਾਂ, ਪਹਿਲੀ ਕੰਡੀਸ਼ਨ। ਦੂਸਰੀ, V1 ਤੇ V2 ਐਗਜ਼ੈਕਟਲੀ ਇਨ ਫੇਜ਼ ਆਪੋਜੀਸ਼ਨ ਰੱਖਦੇ ਹਾਂ, ਰਾਈਟ। ਹੈਲੋ, ਅੱਛਾ। ਨੈਕਸਟ ਹੁਣ ਸਾਡੇ ਕੋਲੇ ਆ ਗਿਆ
तीसरी कंडीशन है फ्रीक्वेंसी की। जे एक सेम फ्रीक्वेंसी होएगी तो V1 ਤੇ V2 हमेशा एक दूजे के आपोजिट इस तरह ही घूमणगे, ਜਿਹੜੇ मर्जी एंगल ਤੇ होण ਤਾਂ एग्जैक्टली एक दूजे के आपोजिट ही रहणगे। ਤੇ ਜੇ फ्रीक्वेंसी चेंज हो जाए एक दी दूजे नालों फिर की है V1 किसी होर एंगल ਤੇ है, V2 ਇਹਦੇ एग्जैक्टली आपोजिट ना होके एक एंगल ਤੇ आ जाएगा। ਇਹਨੇ V1 ਤਾਂ ਇੱਥੇ ਪਹੁੰਚ ਗਿਆ, V2 ਨੇ ਇੱਥੇ ਪਹੁੰਚਣਾ ਸੀ ਪਰ ਇੱਥੇ ਪਹੁੰਚਣੇ ਦੀ ਬਜਾਏ ਇੱਥੇ ਹੀ ਤੁਰਿਆ ਫਿਰਦਾ। ਇਹਦੇ ਨਾਲ ਕੀ ਹੋਏਗਾ, ਫਿਰ ਰਿਜ਼ਲਟੈਂਟ EMF ਆ ਜਾਏਗਾ, ਕਰੰਟ ਆ ਜਾਏਗਾ। ਤਾਂ ਆਪਾਂ ਨੇ ਯਾਦ ਇਹ ਰੱਖਣਾ ਹੈ ਵੀ ਜਦੋਂ ਵੀ ਕੋਈ ਕੰਡੀਸ਼ਨ ਵਾਇਓਲੇਟ ਹੁੰਦੀ ਹੈ, ਕੰਡੀਸ਼ਨ 1 2 3 4, ਤਾਂ ਦੇਅਰ ਵਿਲ ਬੀ ਸਿੰਕਰੋਨਾਈਜ਼ਿੰਗ ਕਰੰਟ ਆ ਜਿਹੜਾ ਡਾਟਡ ਲਾਈਨ ਨਾਲ ਸ਼ੋ ਕੀਤਾ ਹੋਇਆ। ਇਹ ਕਰੰਟ ਇੱਕ ਅਲਟਰਨੇਟਰ ਤੋਂ ਦੂਜੇ ਅਲਟਰਨੇਟਰ ਨੂੰ ਫਲੋ ਕਰੇਗਾ ਔਰ ਲਾਸ ਕ੍ਰੀਏਟ ਕਰੇਗਾ। ਇਹ ਆਪਾਂ ਨੇ ਯਾਦ ਰੱਖਣਾ। ਇਜ਼ ਇਟ ਓਕੇ? ਓਕੇ। ਅੱਛਾ, ਇਹ ਜਿਹੜਾ ਫਰੀਕੁਐਂਸੀ ਵਾਲੇ ਆਪਾਂ ਗੱਲ ਕਰ ਰਹੇ ਸੀ, ਕਿਸੇ ਵੇਲੇ ਇਹ ਵੀ ਹੋ ਸਕਦਾ ਵੀ ਜੇ ਫਰੀਕੁਐਂਸੀ ਡਿਫਰੈਂਟ ਆ ਤਾਂ V1 V2 ਇਕੱਠੇ ਵੀ ਹੋ ਜਾਣ, ਇੱਕ ਦੀ ਸਪੀਡ ਜ਼ਿਆਦਾ ਇੱਕ ਦੀ ਘੱਟ, ਕਦੇ ਨੂੰ ਕਦੇ ਦੂਜੇ ਦੇ ਨਾਲ ਦੂਜਾ ਰਲ ਜਾਏਗਾ, ਤਾਂ ਫਿਰ ਰਿਜ਼ਲਟੈਂਟ EMF ER ਡਬਲ V ਦਾ ਹੋ ਜਾਏਗਾ, ਬਹੁਤ ਜ਼ਿਆਦਾ ਹੋ ਜਾਏਗਾ, ਹੈਵੀ ਕਰੰਟ ਫਲੋ ਕਰ ਸਕਦਾ। ਉਸ ਕੇਸ ਦੇ ਵਿੱਚ ਹੈਵੀ ਕਰੰਟ ਫਲੋ ਕਰ ਸਕਦਾ, ਮਸ਼ੀਨ ਸਾਡੀ ਡੈਮੇਜ ਵੀ ਹੋ ਸਕਦੀ ਹੈ। ਇਹ ਤੀਸਰੀ ਕੰਡੀਸ਼ਨ ਨਾਲ ਹੀ ਕਨੈਕਟਡ ਹੈ। ਇਸ ਤੋਂ ਬਾਅਦ ਹੈ ਮੈਥਡ, ਵੀ ਫਿਰ ਅਸੀਂ ਕਰਦੇ ਕੀ ਹਾਂ ਵੀ ਇਹ ਤਿੰਨ ਕੰਡੀਸ਼ਨਾਂ ਸਾਡੀਆਂ ਫੁੱਲਫਿਲ ਹੋ ਜਾਣ, ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਆਪਾਂ ਸਿੰਕਰੋਨਾਈਜ਼ ਕਰ ਸਕਦੇ ਹਾਂ। ਮੈਥਡਸ ਆਫ ਸਿੰਕਰੋਨਾਈਜ਼ਿੰਗ ਨੇ, ਪਹਿਲਾਂ ਸਿੰਗਲ ਫੇਜ਼ ਅਲਟਰਨੇਟਰ ਦੇ ਹੈ। ਸਿੰਗਲ ਫੇਜ਼ ਅਲਟਰਨੇਟਰ ਦੇ ਵਿੱਚ ਇੱਕ ਪਹਿਲਾ ਹੈ ਡਾਰਕ ਲੈਂਪ ਮੈਥਡ, ਦੂਸਰਾ ਹੈ ਬ੍ਰਾਈਟ ਲੈਂਪ ਮੈਥਡ। ਇਹਦੇ ਨਾਲ 2 ਵੀ ਲਿਖਿਆ ਹੋ ਸਕਦਾ, 2 ਡਾਰਕ ਲੈਂਪ ਮੈਥਡ ਜਾਂ 2 ਬ੍ਰਾਈਟ ਲੈਂਪ ਮੈਥਡ, ਇਹ ਮੈਥਡ ਦੇ ਇਹ ਨਾਮ ਹੁੰਦੇ ਆ। ਦੂਸਰਾ 3 ਫੇਜ਼ ਦੇ ਵਿੱਚ 3 ਡਾਰਕ ਲੈਂਪ ਮੈਥਡ ਹੈ, ਆਪਾਂ ਡਿਸਕਸ ਕਰਾਂਗੇ ਕੀ ਹੁੰਦਾ ਹੈ। ਫਿਰ 2 ਬ੍ਰਾਈਟ ਐਂਡ 1 ਡਾਰਕ ਲੈਂਪ ਮੈਥਡ ਹੈ, ਤੇ ਤੀਸਰਾ ਹੈ ਯੂਜ਼ਿੰਗ ਸਿੰਕਰੋਸਕੋਪ। ਤਾਂ ਇਹ ਤਿੰਨ ਤਰੀਕੇ ਨੇ ਜਿਹੜੇ ਇਹਨਾਂ ਦੇ ਨਾਲ ਅਸੀਂ 3 ਫੇਜ਼ ਅਲਟਰਨੇਟਰ ਨੂੰ ਸਿੰਕਰੋਨਾਈਜ਼ ਕਰ ਸਕਦੇ ਹਾਂ। ਚਾਰੇ ਦੇ ਚਾਰੇ ਕੰਡੀਸ਼ਨ ਫੁੱਲਫਿਲ ਹੋ ਜਾਣਗੀਆਂ। 2 ਮੈਥਡ ਸਾਡੇ ਕੋਲੇ ਹੈਗੇ ਨੇ ਸਿੰਗਲ ਫੇਜ਼ ਲਈ। ਹੁਣ ਇੱਕ ਇੱਕ ਕਰਕੇ ਇਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ ਵੀ ਇਹ ਹੈ ਕੀ ਨੇ। तो पहला मैथड है सिंगल फेज अल्टरनेटर ਲਈ 2 ਬ੍ਰਾਈਟ ਲੈਂਪ 2 ਡਾਰਕ ਲੈਂਪ ਮੈਥਡ। ਆਹ ਵਾਲਾ ਜਿਹੜਾ ਡਾਰਕ ਲੈਂਪ ਮੈਥਡ ਦਾ, ਇਹਦੇ 'ਚ ਕੀ ਕਰਨਾ ਅਸੀਂ, ਇਹ ਫੀਲਡ ਵਾਈਂਡਿੰਗ ਹੈ ਅਲਟਰਨੇਟਰ ਦੀ, ਆਰਮੇਚਰ ਹੈ, 2 ਵਾਇਰਸ ਫੇਜ਼ ਨਿਊਟਰਲ ਬਾਹਰ ਆ ਰਹੇ ਨੇ, 2 ਫੇਜ਼ ਨਿਊਟਰਲ ਦੇ ਨਾਲ ਲਾਈਨ ਬੱਸ ਬਾਰ ਨਾਲ ਜੁੜੇ ਹੈ, ਇੱਧਰੋਂ ਵੀ ਬੱਸ ਬਾਰ ਨਾਲ ਜੁੜੇ। ਤਾਂ ਪਹਿਲਾਂ ਜਿਹੜਾ ਆਹ ਅਲਟਰਨੇਟਰ ਹੈ ਇਹ ਆਲਰੇਡੀ ਕਨੈਕਟ ਕੀਤਾ ਹੋਇਆ ਬੱਸ ਬਾਰ ਨਾਲ, ਇਹ ਚੱਲ ਰਿਹਾ ਔਰ ਲੋਡ ਨੂੰ ਸਪਲਾਈ ਕਰ ਰਿਹਾ ਅੱਗੇ। ਦੂਸਰਾ ਜਿਹੜਾ ਅਲਟਰਨੇਟਰ ਹੈ ਇਹਨੂੰ ਅਸੀਂ ਸਿੰਕਰੋਨਾਈਜ਼ ਕਰਕੇ ਆ ਸਵਿਚ ਔਨ ਕਰਨੀ, ਆਹ ਵਾਲੀ ਸਵਿਚ ਅਜੇ ਔਨ ਨਹੀਂ ਕੀਤੀ, ਦੇਖੋ ਜਦੋਂ ਇਹਨੂੰ ਔਨ ਕਰ ਦਾਂਗੇ ਅਸੀਂ ਕਹਾਂਗੇ ਸਿੰਕਰੋਨਾਈਜ਼ ਹੋ ਗਿਆ, ਰਾਈਟ। ਤਾਂ ਉਦੋਂ ਕਰਨ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਇੱਕ ਤਾਂ ਵੋਲਟ ਮੀਟਰ ਲਾ ਕੇ ਵੋਲਟੇਜ ਦੇਖ ਲਾਂਗੇ ਵੀ ਵੋਲਟੇਜ ਜਿਹੜੀ ਪਹਿਲਾਂ ਅਲਟਰਨੇਟਰ ਹੈ ਜਾਂ ਬੱਸ ਬਾਰ ਦੀ ਜਿਹੜੀ ਵੋਲਟੇਜ ਹੈ ਉਹਦੇ ਬਰਾਬਰ ਇਹਦੀ ਵੋਲਟੇਜ ਹੈ। ਕਿਸ ਤਰ੍ਹਾਂ ਸੈੱਟ ਕਰਾਂਗੇ ਵੋਲਟੇਜ ਨੂੰ, ਫੀਲਡ ਕਰੰਟ ਨੂੰ ਪਲੱਸ ਮਾਈਨਸ ਕਰਕੇ ਆਰ ਰਿਓਸਟੈਟ ਦੇ ਨਾਲ ਐਡਜਸਟ ਕਰਕੇ ਆਪਾਂ ਵੋਲਟੇਜ ਬਰਾਬਰ ਕਰ ਲਾਂਗੇ। ਪਹਿਲੇ ਕੰਮ ਇਹ ਕਰਾਂਗੇ, ਵੋਲਟਮੀਟਰ ਦੀ ਰੀਡਿੰਗ ਸੇਮ ਕਰ ਲਈ। ਫਿਰ ਅਸੀਂ ਦੇਖਣਾ ਵੀ ਇਹ ਫੇਜ਼ ਆਪੋਜੀਸ਼ਨ 'ਚ ਹੈਗੇ ਨੇ, ਫਰੀਕੁਐਂਸੀ ਡਿਫਰੈਂਟ ਤਾਂ ਨਹੀਂ ਹੈ। ਅਸੀਂ ਕੀ ਕੀਤਾ, ਇੱਕ ਲੈਂਪ ਲਗਾ ਦਿੱਤਾ, ਇਹਦਾ ਇੱਕ ਸਿਰਾ ਲਗਾਤਾ ਅਸੀਂ ਪਹਿਲੇ ਅਲਟਰਨੇਟਰ ਨੂੰ, ਦੂਜਾ ਲਗਾਤਾ ਦੂਜੇ ਅਲਟਰਨੇਟਰ ਦੇ ਉਸੇ ਲਾਈਨ 'ਤੇ। ਦੂਸਰਾ ਲੈਂਪ ਵੀ ਇਸੇ ਤਰ੍ਹਾਂ ਨਿਊਟਰਲ ਦੇ ਵਿੱਚ ਲਗਾਤਾ ਆਪਾਂ ਦੋਨੇ ਪਾਸਿਓਂ। ਆਹ ਨਿਊਟਰਲ ਹੋ ਗਈ ਉੱਪਰਲੇ ਪਾਸੇ ਪਹਿਲਾਂ ਦੀ ਬੱਸ ਬਾਰ ਦੀ ਜਾਂ ਪਹਿਲੇ ਅਲਟਰਨੇਟਰ ਦੀ, ਆਹ ਨਿਊਟਰਲ ਇੱਧਰਲੇ ਪਾਸਿਓਂ ਹੋ ਗਈ ਦੂਸਰੇ ਦੀ, ਰਾਈਟ। ਜੇ ਇਹ ਫੇਜ਼ ਆਪੋਜੀਸ਼ਨ 'ਚ ਹੋਣਗੇ, ਫਰੀਕੁਐਂਸੀ ਸੇਮ ਹੋਏਗੀ, ਤਾਂ ਇਹਨਾਂ ਦੋਨਾਂ ਪੁਆਇੰਟਾਂ ਦੇ ਵਿੱਚ ਕੋਈ ਕਰੰਟ ਨਹੀਂ ਆਏਗਾ, ਰਾਈਟ। ਸਿੰਕਰੋਨਾਈਜ਼ਿੰਗ ਕਰੰਟ ਮਤਲਬ ਕਹਿਣ ਤੋਂ ਸਿੰਕਰੋਨਾਈਜ਼ਿੰਗ ਕਰੰਟ ਇੱਥੇ ਨਹੀਂ ਹੋਏਗਾ। ਜੇ ਨਹੀਂ ਹੋਏਗਾ ਤਾਂ ਆਹ ਲੈਂਪ ਸਾਡਾ ਚੱਲੇਗਾ ਨਹੀਂ। ਜੇ ਇਹ ਲੈਂਪ ਬਿਲਕੁਲ ਡਾਰਕ ਹੋ ਜਾਣਗੇ, ਜਦੋਂ ਅਸੀਂ ਐਡਜਸਟ ਕਰਦੇ ਰਹਾਂਗੇ ਅਲਟਰਨੇਟਰ ਦੀ ਸਪੀਡ ਆਪਣੇ ਦੀ, ਤਾਂ ਕਿ ਫਰੀਕੁਐਂਸੀ 50 ਹਰਟਜ਼ ਇੱਧਰ ਹੈ ਤੇ ਇੱਧਰ ਵੀ ਹੋ ਜਾਏ, ਜਦੋਂ ਇਹ ਬਿਲਕੁਲ ਡਾਰਕ ਹੋ ਗਏ, ਲਾਈਟ ਨਾ ਹੋਈ ਲੈਂਪ ਦੇ ਵਿੱਚ, ਤਾਂ ਉਸ ਵੇਲੇ ਅਸੀਂ ਆਹ ਸਵਿਚ ਨੂੰ ਔਨ ਕਰ ਦਿਆਂਗੇ, ਤਾਂ ਅਲਟਰਨੇਟਰ ਸਾਡਾ ਸਿੰਕਰੋਨਾਈਜ਼ ਹੋ ਗਿਆ। ਇਜ਼ ਇਟ ਓਕੇ? ਹੈਲੋ।
ਹਾਂ ਫਿਰ ਸਮਝ ਲਓ ਕੋਈ ਵੀ ਕੰਡੀਸ਼ਨ ਵਾਇਲੇਟ ਹੁੰਦੀ ਹੈ ਆਪਣੀ, ਤਾਂ ਆਪਣੇ ਕੋਲੇ ਆ ਜਿਹੜਾ ਡਾਟਡ ਲਾਈਨ ਦਿਖਾਈ ਹੈ ਇੱਥੋਂ ਦੀ ਕਰੰਟ ਫਲੋ ਕਰਦਾ ਹੁੰਦਾ ਹੈ। ਹੁਣ ਡਾਟਡ ਲਾਈਨ ਦਾ ਪਾਥ ਹੈਗਾ ਲੈਂਪ ਦੇ ਥਰੂ, ਆ ਤਾਂ ਸਵਿਚ ਓਪਨ ਹੈ, ਇਹ ਲੈਂਪ ਦੇ ਥਰੂ ਚੱਲਣਾ। ਹੁਣ ਆ ਦੂਜਾ ਵੀ ਲੈਂਪ ਦੇ ਥਰੂ ਚੱਲੇਗਾ। ਜੇ ਕਿਸੇ ਵੀ ਤਰ੍ਹਾਂ ਨਾਲ ਵੋਲਟੇਜ ਆਪੋਜੀਸ਼ਨ 'ਚ ਨਾ ਹੋਈ, ਪੋਟੈਂਸ਼ੀਅਲ ਡਿਫਰੈਂਸ ਆ ਗਿਆ, ਤਾਂ ਆਹ ਲੈਂਪ ਦੋਨੋਂ ਗਲੋ ਕਰਨਗੇ। ਜੇ ਇਹ ਗਲੋ ਨਹੀਂ ਕਰਦੇ ਜਿਸ ਪੁਆਇੰਟ ਤੇ, ਉਸ ਵੇਲੇ ਆਪਾਂ ਸਵਿਚ ਨੂੰ ਔਨ ਕਰ ਦਾਂਗੇ, ਸਾਡਾ ਅਲਟਰਨੇਟਰ ਸਿੰਕਰੋਨਾਈਜ਼ ਹੋ ਗਿਆ। ਓਕੇ। ਹੁਣ ਦੂਸਰਾ ਮੈਥਡ ਹੈ ਬਰਾਈਟ ਲੈਂਪ ਮੈਥਡ। ਇਹਦੇ 'ਚ ਕੀ ਫਰਕ ਹੈ, ਅਸੀਂ ਆਹ ਸਿਰਾ ਇਹਦਾ ਇੱਥੇ ਲਗਾ ਕੇ ਦੂਜਾ ਵੀ ਉਸੇ ਫੇਸ ਨੂੰ ਲਾਇਆ ਸੀ ਪਹਿਲੇ ਕੇਸ 'ਚ, ਇਹਦੇ ਉਲਟ ਨੂੰ ਲਾ ਦਾਂਗੇ। ਇੱਧਰ ਅਸੀਂ ਫੇਸ ਨੂੰ ਲਗਾਇਆ ਤਾਂ ਇੱਧਰਲੇ ਪਾਸੇ ਨਿਊਟਰਲ ਨੂੰ ਲਾ ਦਾਂਗੇ। ਦੂਜਾ ਲੈਂਪ ਇੱਧਰ ਨਿਊਟਰਲ ਨੂੰ ਲੱਗਿਆ, ਇੱਧਰਲੇ ਫੇਸ ਨਾਲ ਲਾ ਦਾਂਗੇ। ਓਕੇ। ਪਹਿਲਾਂ ਸੇਮ ਸਾਈਡ ਤੇ ਲਾਏ ਸੀ, ਧਿਆਨ ਨਾਲ ਦੇਖੋ। ਹੁਣ ਅਸੀਂ ਆਪੋਜਿਟ ਕਰਤੇ, ਇੱਥੇ ਚੇਂਜ ਕਰਤੇ ਕਨੈਕਸ਼ਨ ਇਹਦੇ। ਪਹਿਲਾ ਤਰੀਕਾ ਉਹੀ ਰਹੇਗਾ, ਵੋਲਟੇਜ ਪਹਿਲਾਂ ਦੇਖਾਂਗੇ ਬਰਾਬਰ ਹੈ, ਫਿਰ ਅਸੀਂ ਦੇਖਾਂਗੇ ਲੈਂਪ ਜਿਸ ਪੁਆਇੰਟ ਤੇ ਸਭ ਤੋਂ ਵੱਧ ਗਲੋ ਕਰਦੇ ਆ, ਜਦੋਂ ਵੱਧ ਤੋਂ ਵੱਧ ਲਾਈਟ ਦੇ ਰਹੇ ਨੇ, ਤੇ ਕਿਹੜਾ ਪੀਰੀਅਡ ਹੈ ਉਹ, ਜਦੋਂ ਮੈਕਸਿਮਮ ਲਾਈਟ ਹੋਏਗੀ, ਕਿਉਂਕਿ ਫੇਜ਼ ਨਿਊਟਰਲ ਤੇ ਲਾਏ ਨੇ ਆਪਾਂ ਨੇ, ਵੱਧ ਤੋਂ ਵੱਧ ਚੱਲਣੇ ਚਾਹੀਦੇ ਲੈਂਪ, ਉਸ ਵੇਲੇ ਆਪਾਂ ਸਵਿਚ ਨੂੰ ਔਨ ਕਰ ਦਾਂਗੇ, ਸਿੰਕਰੋਨਾਈਜ਼ ਹੋ ਗਿਆ ਅਲਟਰਨੇਟਰ ਸਾਡਾ। ਇਹਦਾ ਐਡਵਾਂਟੇਜ ਕੀ ਹੈ ਕਿ ਡਾਰਕਨੈਸ ਚੈੱਕ ਕਰਨੀ ਇੰਨਾ ਸੌਖਾ ਕੰਮ ਨਹੀਂ ਹੁੰਦਾ, ਵੀ ਘੱਟ ਡਾਰਕ ਹੈ ਕਿ ਜ਼ਿਆਦਾ ਡਾਰਕ ਹੈ। ਬਰਾਈਟਨੈਸ ਨੂੰ ਆਪਣੀਆਂ ਅੱਖਾਂ ਸੈਂਸਿਟਿਵ ਹੁੰਦੀਆਂ, ਚੈੱਕ ਕਰ ਸਕਦੇ ਹਾਂ। ਹੁਣ ਲਾਈਟ ਘੱਟ ਗਈ, ਹੁਣ ਵੱਧ ਗਈ, ਤਾਂ ਦੇਖ ਲਵਾਂਗੇ ਜਦੋਂ ਵੱਧ ਤੋਂ ਵੱਧ ਲਾਈਟ ਹੋਈ ਉਸ ਵੇਲੇ ਅਸੀਂ ਇਹਨੂੰ ਔਨ ਕਰ। ਇਜ਼ ਇਟ ਓਕੇ। ਨੈਕਸਟ ਸਾਡੇ ਕੋਲੇ ਹੈ ਇਹੀ ਮੈਥਡ 3 ਫੇਜ਼ ਦੇ ਵਿੱਚ ਲੱਗਦੇ ਆ, ਥੋੜੀ ਜਿਹੀ ਵੇਰੀਏਸ਼ਨ ਨਾਲ ਸਿੰਗਲ ਫੇਜ਼ ਵਾਲੀ। ਇਹ 3 ਫੇਜ਼ ਦੇ ਮੈਥਡ ਦਿੱਤੇ ਹੋਏ ਨੇ। 3 ਫੇਜ਼ 'ਚ ਪਹਿਲਾ ਹੈ 3 ਡਾਰਕ ਲੈਂਪ ਮੈਥਡ, ਇਹ ਵਾਲਾ 3 ਡਾਰਕ ਲੈਂਪ ਮੈਥਡ। ਇੱਕ ਅਲਟਰਨੇਟਰ ਆਲਰੇਡੀ ਆਪਣਾ ਚੱਲ ਰਿਹਾ, ਜਾਂ ਇਹ ਤੋਂ ਬਿਨਾਂ, ਇਹ ਤੋਂ ਪਿੱਛੇ ਲਾਈਨ ਦੇ ਵਿੱਚ ਬਹੁਤ ਸਾਰੇ ਅਲਟਰਨੇਟਰ ਹੋਰ ਵੀ ਚੱਲਦੇ ਹੋ ਸਕਦੇ ਆ ਇਸ ਲਾਈਨ ਦੇ ਨਾਲ, ਬੱਸ ਬਾਰ ਦੇ ਨਾਲ। ਇਨਫਾਈਨਿਟ ਬੱਸ ਬਾਰ ਨੇ, ਇਹਨਾਂ ਦੇ ਨਾਲ ਕਿੰਨੇ ਸਾਰੇ ਲੋਡ ਵੀ ਲੱਗੇ ਹੋ ਸਕਦੇ ਆ, ਇੱਧਰ ਵੀ ਲੋਡ ਵੀ ਲੱਗੇ ਹੋ ਸਕਦੇ ਆ। ਠੀਕ ਹੈ, ਤਾਂ ਆਹ ਅਲਟਰਨੇਟਰ ਦੋ ਨੇ ਜਿਹੜੇ ਅਸੀਂ ਅਜੇ ਸਿੰਕਰੋਨਾਈਜ਼ ਕਰਕੇ ਇਹ ਲਾਈਨ ਦੇ ਉੱਤੇ ਲਗਾਉਣੇ ਹੈ, ਅਜੇ ਇੰਗੇਜ ਕਰਨੇ ਆ। ਤਾਂ ਪਹਿਲਾਂ 3 ਡਾਰਕ ਲੈਂਪ ਮੈਥਡ ਦੇ ਵਿੱਚ ਕੀ ਕਰਨਾ ਹੈ, ਅਸੀਂ ਇੱਕ ਤਾਂ ਵੋਲਟ ਮੀਟਰ ਲਾ ਲਿਆ ਇੱਥੇ ਵਾਧੂ, ਆਹ ਵੋਲਟ ਮੀਟਰ ਲਾ ਲਿਆ, ਇੱਥੇ ਵੋਲਟੇਜ ਦੇਖ ਲਾਂਗੇ। ਜਦੋਂ ਵੋਲਟੇਜ 0 ਆ ਗਈ, ਇਹਦਾ ਮਤਲਬ ਹੈ ਠੀਕ ਹੈ ਇਹ। ਇੱਥੇ ਜਦੋਂ ਵੋਲਟੇਜ 0 ਹੋ ਗਈ ਤਾਂ ਸਾਡੇ ਕੋਲ ਇਹਦੇ ਕ੍ਰਾਸ, ਇਹਦਾ ਮਤਲਬ ਸਵਿਚ ਦੇ ਕ੍ਰਾਸ ਕਰੰਟ ਫਲੋ ਨਹੀਂ ਹੋ ਰਿਹਾ। ਦੂਸਰਾ, ਇੱਕ ਫੇਜ਼ ਦੇ ਉੱਤੇ ਲੈਂਪ ਲਗਾਤਾ ਦੋਨੇ ਪਾਸਿਆਂ ਦਾ, ਪਹਿਲਾਂ ਜਿਹੜੀ ਲਾਈਨ ਬੱਸ ਬਾਰ ਤੋਂ ਆ ਰਹੀ ਹੈ ਤੇ ਜਿਹੜੀ ਅਲਟਰਨੇਟਰ ਤੋਂ ਆ ਰਹੀ ਹੈ। ਇਸੇ ਤਰ੍ਹਾਂ ਦੂਜਾ ਲੈਂਪ L2 ਲਗਾਤਾ ਆਪਾਂ Y ਫੇਜ਼ ਦੇ ਉੱਤੇ, L3 ਲਗਾਤਾ B ਫੇਜ਼ ਦੇ ਉੱਤੇ। ਤਰੀਕਾ ਉਹੀ ਰਹੇਗਾ, ਜਦੋਂ ਇਹ ਲੈਂਪ ਮੈਕਸਿਮਮ ਡਾਰਕ ਹੋਣਗੇ ਆਪਾਂ ਸਪੀਡ ਐਡਜਸਟ ਕਰਦੇ ਰਹਾਂਗੇ ਅਲਟਰਨੇਟਰ ਦੀ। ਜਦੋਂ ਵੱਧ ਤੋਂ ਵੱਧ ਡਾਰਕ ਹੋ ਗਏ, ਤਿੰਨੋਂ ਬਿਲਕੁਲ ਲਾਈਟ ਨਹੀਂ ਦੇ ਰਹੇ, ਉਸ ਵੇਲੇ ਆਪਾਂ ਸਵਿਚ ਨੂੰ ਔਨ ਕਰ ਦਾਂਗੇ। ਤਾਂ ਉਹ ਤੋਂ ਬਾਅਦ ਸਾਡਾ ਅਲਟਰਨੇਟਰ ਜਿਹੜਾ ਲਾਈਨ ਤੇ ਪੈ ਗਿਆ ਉਹ ਸਿੰਕਰੋਨਾਈਜ਼ ਰਹੇਗਾ। ਰਾਈਟ। ਇਹ 3 ਆ ਜਿਹੜਾ 2 ਬਰਾਈਟ 1 ਡਾਰਕ ਲੈਂਪ ਮੈਥਡ ਕੀ ਹੈ, ਦੋ ਤਾਂ ਲੈਂਪ ਆਪਾਂ ਲਗਾਵਾਂਗੇ ਫੇਜ਼ ਕ੍ਰਾਸ ਕਰਕੇ, ਇੱਕ ਲਾ ਦਾਂਗੇ ਸੇਮ ਲਾਈਨ ਤੇ। L1 ਸੇਮ ਲਾਈਨ ਤੇ ਲੱਗਿਆ R ਫੇਜ਼ ਤੇ, ਇੱਧਰ ਵੀ R ਤੇ, ਇਹ ਡਾਰਕ ਲੈਂਪ ਰਹੇਗਾ। ਤੇ ਜਿਹੜੇ ਆਪੋਜਿਟ ਫੇਸ ਤੇ ਲਾਏ ਨੇ, ਇੱਥੋਂ Y ਵਾਲਾ ਇੱਧਰ B ਨਾਲ ਲਗਾਇਆ, ਇੱਧਰਲਾ Y ਵਾਲਾ ਇੱਧਰਲੇ B ਨਾਲ ਲਗਾਇਆ, ਕ੍ਰਾਸ ਕਰਤੇ ਫੇਸ। ਤਾਂ ਹੁਣ ਕੀ ਹੋਏਗਾ, ਜਦੋਂ ਆਹ ਦੋਨੋਂ ਲੈਂਪ ਵੱਧ ਤੋਂ ਵੱਧ ਲਾਈਟ ਦੇਣ, ਇਹ ਬਿਲਕੁਲ ਡਾਰਕ ਹੋ ਜੇ, ਉਸ ਪੀਰੀਅਡ ਤੇ ਆਪਾਂ ਨੇ ਸਵਿਚ ਔਨ ਕਰਨੀ ਹੈ। ਰਾਈਟ। ਹੈਲੋ। ਇਹਦੇ ਵਿੱਚ ਪਹਿਲੇ ਕੇਸ 'ਚ ਸੀ ਤਿੰਨੋਂ ਲੈਂਪ ਡਾਰਕ ਹੋ ਗਏ, ਜਦੋਂ ਘੱਟ ਤੋਂ ਘੱਟ ਲਾਈਟ ਦੇ ਰਹੇ ਨੇ, ਬਿਲਕੁਲ ਹੀ ਬੁਝੇ ਹੋਏ ਨੇ, ਉਸ ਵੇਲੇ ਆਪਾਂ ਸਿੰਕਰੋਨਾਈਜ਼ ਕਰਨਾ, ਇਹਨੂੰ ਸਵਿਚ ਨੂੰ ਔਨ ਕਰਨਾ, ਉਹ ਸਹੀ ਪੀਰੀਅਡ ਹੈ। ਇਹਦੇ ਵਿੱਚ ਕੀ ਹੋਏਗਾ, L2 ਤੇ L3 ਬਰਾਈਟ ਹੋਣਗੇ ਪੂਰੇ, ਤੇ L1 ਡਾਰਕ ਹੋਏਗਾ, ਕਿਉਂਕਿ ਸੇਮ ਫੇਜ਼ ਦੇ ਉੱਤੇ ਲੱਗਿਆ ਹੋਇਆ, ਸੇਮ ਫੇਜ਼ ਦੇ ਕ੍ਰਾਸ ਵੋਲਟੇਜ ਨਹੀਂ ਚਾਹੀਦੀ ਸਾਨੂੰ, ਆਪੋਜਿਟ ਫੇਜ਼ ਦੇ ਕ੍ਰਾਸ ਮੈਕਸਿਮਮ ਵੋਲਟੇਜ ਚਾਹੀਦੀ ਹੈ। ਤਾਂ ਫਿਰ ਇਹ ਦੋ L2 ਤੇ 3 ਪੂਰੇ ਬਰਾਈਟ ਹੋਣਗੇ, ਆਹ ਪੂਰਾ ਡਾਰਕ ਹੋਏਗਾ, ਉਸ ਵੇਲੇ ਆਪਾਂ ਸਵਿਚ ਨੂੰ ਔਨ ਕਰਾਂਗੇ। ਇਹ ਡਾਇਗਰਾਮ ਥੋੜੀ ਜਿਹੀ ਪ੍ਰੋਬਲਮ ਹੈ, ਇਹਦੇ ਟਰਮੀਨਲ ਆ ਦੋ ਹੀ ਦਿਖਾਏ ਹੋਏ ਨੇ ਸਵਿਚ ਦੇ, ਦੇਖੋ ਧਿਆਨ ਨਾਲ, ਇਹਨੂੰ ਠੀਕ ਬਣਾ ਲੈਣਾ ਤੁਸੀਂ। ਇਹ ਠੀਕ ਬਣੀ ਹੋਈ ਹੈ, ਆਹ ਡਾਇਗਰਾਮ ਗੜਬੜ ਹੈ ਥੋੜੀ, ਹੈ ਨਾ, ਧਿਆਨ ਨਾਲ ਦੇਖ ਲਿਓ, ਚੈੱਕ ਕਰ ਲਿਓ, ਮੈਂ ਵੀ ਕਰੈਕਟ ਕਰ ਲੂੰਗਾ ਬਾਅਦ 'ਚ। ਜਦੋਂ ਤੁਸੀਂ ਡਰਾ ਕਰੋਗੇ, ਜੇ ਇੱਥੋਂ ਫੋਲੋ ਕਰੋਗੇ ਤੈਨੂੰ ਠੀਕ ਕਰ ਲੈਣਾ। ਤੈਨੂੰ ਤੀਜਾ ਟਰਮੀਨਲ ਇੱਥੇ ਬਣਿਆ ਨਹੀਂ ਹੋਇਆ ਸਵਿਚ ਦਾ, ਇਸ ਜਗ੍ਹਾ ਤੇ ਸੈਂਟਰ ਵਾਲਾ। ਤਾਂ ਇਹ ਹੋ ਗਿਆ 2 ਬਰਾਈਟ ਐਂਡ 1 ਡਾਰਕ ਲੈਂਪ ਮੈਥਡ। ਓਕੇ।
ਤਾਂ ਹੁਣ ਜੇ ਸਾਡੇ ਇਹ ਫੇਜ਼ ਸੇਮ ਨੇ ਤਾਂ ਇਹ ਸੇਮ ਲਾਈਨ 'ਚ ਚੱਲਣਗੇ, ਆਰ ਫੇਸ ਤੇ ਆਰ ਫੇਸ ਇੱਕੋ ਲਾਈਨ ਤੇ ਹੋਣਗੇ, ਜਿਸ ਤਰ੍ਹਾਂ ਇੱਥੇ ਦਿਖਾਇਆ ਗਿਆ। ਆਰ ਤੇ ਆਰ ਫੇਸ ਜਾ ਰਹੇ ਨੇ ਦੋਨੇ, ਆਰ ਤੇ ਆਰ ਡੈਸ਼, ਵਾਈ ਤੇ ਵਾਈ ਡੈਸ਼, ਬੀ ਤੇ ਬੀ ਡੈਸ਼ ਸੇਮ ਲਾਈਨ 'ਚ ਨੇ, ਤਾਂ ਇਸ ਕਰਕੇ ਇਹਨਾਂ ਦੇ ਲੈਂਪ ਡਾਰਕ ਹੋਣਗੇ। ਤਿੰਨੇ ਡਾਰਕ ਲੈਂਪ ਮੈਥਡ ਦਿਖਾਇਆ ਹੋਇਆ। ਤੇ ਜਦੋਂ ਇਹ ਫੇਜ਼ ਆਪਸ ਵਿੱਚ ਹੀ ਨਹੀਂ ਮਿਲਦੇ ਫਿਰ ਕੀ ਹੋਏਗਾ, ਇੱਕ ਫੇਜ਼ ਇੱਧਰ ਨੂੰ ਜਾ ਰਿਹਾ ਹੈ ਆਰ, ਦੂਜੇ ਦਾ ਆਰ ਇੱਧਰ ਨੂੰ ਜਾ ਰਿਹਾ, ਮਤਲਬ ਬੱਸ ਬਾਰ ਦਾ ਇੱਕ ਫੇਜ਼ ਮੰਨ ਲਓ ਆ ਆਰ ਹੈ, ਆ ਜਿਹੜਾ ਇਨਕਮਿੰਗ ਅਲਟਰਨੇਟਰ ਹੈ ਇਹਦਾ ਆਰ ਡੈਸ਼ ਹੈ, ਇਹ ਦੋਨੋਂ ਐਂਗਲ ਤੇ ਨੇ, ਤਾਂ ਇਹਨਾਂ ਦੇ ਵਿੱਚ ਵੋਲਟੇਜ ਹੋਏਗੀ, ਲੈਂਪ ਸਾਡਾ ਗਲੋ ਕਰੇਗਾ। ਇਸੇ ਤਰ੍ਹਾਂ ਆ ਵੀ ਗਲੋ ਕਰੇਗਾ, ਇਹ ਵੀ ਗਲੋ ਕਰੇਗਾ। ਕਦੋਂ ਬੰਦ ਹੋਣਗੇ ਇਹ, ਜਦੋਂ ਦੋਨੋਂ ਸੇਮ ਫੇਜ਼ ਆਪੋਜੀਸ਼ਨ 'ਚ ਆ ਗਏ। ਓਕੇ, ਇਹਨਾਂ ਦੀ ਫ੍ਰੀਕੁਐਂਸੀ ਵੀ ਸੇਮ ਹੋਊਗੀ, ਅਦਰਵਾਈਜ਼ ਇਹ ਚੱਲਦੇ ਰਹਿਣਗੇ। ਇਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਹਾਂ, ਇੱਥੇ ਵੀ ਸੇਮ ਕੇਸ ਦਿਖਾਇਆ ਹੋਇਆ ਹੈ ਕਿ ਫ੍ਰੀਕੁਐਂਸੀ ਜਿਹੜੀ ਹੈ ਤੇ ਵੋਲਟੇਜ ਜਦੋਂ ਸੇਮ ਨੇ, ਮਤਲਬ ਜਦੋਂ ਆਈਡੀਅਲ ਕੰਡੀਸ਼ਨ ਹੈ, ਜਦੋਂ ਅਸੀਂ ਸਵਿਚ ਨੂੰ ਔਨ ਕਰ ਸਕਦੇ ਹਾਂ ਉਸ ਵੇਲੇ ਲੈਂਪ ਤਿੰਨੋਂ ਡਾਰਕ ਨੇ। ਇੱਥੇ ਉਹ ਡਿਫਰੈਂਟ ਆ ਸਕਦੇ ਨੇ। ਜੇ ਫਾਸਟ ਚੱਲ ਰਿਹਾ ਅਲਟਰਨੇਟਰ ਤਾਂ ਕੀ ਹੋਏਗਾ, ਇਹ ਲੈਂਪ ਸਾਰੇ ਚੱਲਣਗੇ, ਪਰ ਇੱਕ ਖਾਸ ਗੱਲ ਹੋਏਗੀ ਕਿ ਲੈਂਪ ਚੱਲਣਗੇ ਇੱਦਾਂ ਵੀ L1 ਤੋਂ ਬਾਅਦ L2, ਫਿਰ L3, ਫਿਰ L1, ਫਿਰ L2, ਫਿਰ L3, ਇੱਦਾਂ ਐਂਟੀ ਕਲੌਕਵਾਈਜ਼ ਡਾਇਰੈਕਸ਼ਨ 'ਚ ਗਲੋ ਕਰਨਗੇ, ਜਿੱਦਾਂ ਲੜੀਆਂ ਲਾਈਆਂ ਹੁੰਦੀਆਂ ਦੀਵਾਲੀ ਵਾਲੀਆਂ, ਪਹਿਲਾਂ ਇਹ ਵੱਲ ਚੱਲੇਗਾ, ਫਿਰ ਇਹ ਚੱਲੇਗਾ, ਫਿਰ ਇਹ ਚੱਲੇਗਾ, ਫਿਰ ਇਹ ਚੱਲੇਗਾ, ਇੱਦਾਂ ਘੁੰਮਣਗੇ ਇਹ। ਇਜ਼ ਇਟ ਓਕੇ? ਤੇ ਜੇ ਇਸ ਤਰ੍ਹਾਂ ਦੇ ਨਾਲ ਇਹ ਲਾਈਟ ਅਪ ਹੋ ਰਹੇ ਨੇ ਵੀ ਪਹਿਲਾਂ L1 ਹੋ ਰਿਹਾ, ਫਿਰ L2, ਫਿਰ L3, L1, L2, L3, ਐਂਟੀ ਕਲੌਕਵਾਈਜ਼ ਰੋਟੇਸ਼ਨ ਦਿਖਾ ਰਹੀ ਹੈ ਲਾਈਟ, ਤਾਂ ਇਹਦਾ ਮਤਲਬ ਹੈ ਇਨਕਮਿੰਗ ਅਲਟਰਨੇਟਰ ਜਿਹੜਾ ਹੈ ਉਹ ਜ਼ਿਆਦਾ ਤੇਜ਼ ਹੈ, ਉਹਦੀ ਫ੍ਰੀਕੁਐਂਸੀ ਜ਼ਿਆਦਾ ਹੈ। ਅਸੀਂ ਉਹਦੀ ਸਪੀਡ ਘਟਾ ਦਾਂਗੇ ਤਾਂ ਇਹ ਬਿਲਕੁਲ ਸਟਿਲ ਹੋ ਜਾਣਗੇ ਔਰ ਲਾਈਟ ਦੇਣਾ ਬੰਦ ਕਰ ਦੇਣਗੇ। ਓਕੇ, ਇਸੇ ਤਰ੍ਹਾਂ ਦੇ ਨਾਲ ਜੇ ਇਹ ਇਨਕਮਿੰਗ ਅਲਟਰਨੇਟਰ ਸਲੋ ਹੋਵੇ ਤਾਂ ਫਿਰ ਇਹ ਉਲਟ ਪਾਸੇ ਨੂੰ ਚੱਲਣਗੇ, L1 ਤੋਂ ਬਾਅਦ L3 ਗਲੋ ਕਰੇਗਾ, ਫਿਰ L2 ਕਰੇਗਾ, ਫਿਰ L1, ਫਿਰ L3, ਫਿਰ L2, ਇਸ ਤਰ੍ਹਾਂ ਨਾਲ ਚੱਲ ਰਹੇ ਨੇ। ਇਹਦਾ ਮਤਲਬ ਹੈ ਅਲਟਰਨੇਟਰ ਸਾਡਾ ਸਲੋ ਹੈ, ਅਸੀਂ ਉਹਦੀ ਫ੍ਰੀਕੁਐਂਸੀ ਵਧਾਉਣੀ ਪਏਗੀ, ਸਾਨੂੰ ਵਧਾ ਦਾਂਗੇ ਤਾਂ ਫਿਰ ਸਿੰਕਰੋਨਿਜ਼ਮ 'ਚ ਆ ਜਾਣਗੇ। ਓਕੇ, ਅੱਛਾ ਵੀ ਹੁਣ ਤੱਕ ਜਿਹੜੇ ਮੈਥਡ ਆਪਾਂ ਨੇ ਪੜ੍ਹੇ ਨੇ ਨਾ ਸਾਰੇ ਲੈਂਪ ਦੇ ਮੈਥਡ, ਡਾਰਕ ਲੈਂਪ ਮੈਥਡ, ਬ੍ਰਾਈਟ ਲੈਂਪ ਮੈਥਡ, ਇਹ ਆਪਣੇ ਸਿਲੇਬਸ 'ਚ ਨਹੀਂ ਹੈਗੇ। ਆਪਣੇ ਸਿਲੇਬਸ 'ਚ ਆਹ ਮੈਥਡ ਹੈ ਸਿੰਕਰੋਸਕੋਪ, ਠੀਕ ਹੈ। ਹੈਲੋ, ਹਾਂ ਪਰ ਆਪਾਂ ਨੇ ਪੜ੍ਹਨਾ ਉਹ ਵੀ ਹੈ, ਕਿਉਂਕਿ ਐਗਜ਼ਾਮ 'ਚ ਕਈ ਵਾਰੀ ਉਹ ਮੈਥਡ ਵੀ ਦੇ ਦਿੰਦੇ ਨੇ, ਫਿਰ ਆਪਾਂ ਕਿੱਧਰ ਨੂੰ ਜਾਵਾਂਗੇ, ਬਹੁਤ ਸੌਖਾ ਜਿਹਾ ਕੰਮ ਹੈ, ਡਾਇਗਰਾਮਾਂ 4 ਯਾਦ ਕਰ ਲਾਂਗੇ, ਠੀਕ ਹੈ। ਪੇਪਰ 'ਚ ਡਾਰਕ ਲੈਂਪ ਮੈਥਡ ਵੀ ਆਉਂਦਾ ਹੁੰਦਾ, ਪਰ ਸਿਲੇਬਸ 'ਚ ਹੈ ਨਹੀਂ, ਲਿਖਿਆ ਨਹੀਂ ਹੋਣਾ ਤੁਹਾਡੇ ਸਿਲੇਬਸ 'ਚ, ਇਕੱਲਾ ਸਿੰਕਰੋਸਕੋਪ ਲਿਖਿਆ ਹੋਊਗਾ, ਪਰ ਆਪਾਂ ਨੇ ਉਹ ਵੀ ਕਰਨੇ ਆ, ਡਾਰਕ ਤੇ ਬ੍ਰਾਈਟ ਲੈਂਪ ਮੈਥਡ ਵੀ ਪੜ੍ਹਨੇ ਆ, ਠੀਕ ਹੈ। ਹੈਲੋ, ਹੈਲੋ, ਓਕੇ, ਤਾਂ ਹੁਣ ਆਪਾਂ ਨੇ ਗੱਲ ਕਰਨੀ ਆ ਵੀ ਸਿੰਕਰੋਨਾਈਜ਼ਿੰਗ ਆਫ ਦਾ ਅਲਟਰਨੇਟਰ ਯੂਜ਼ਿੰਗ ਸਿੰਕਰੋਸਕੋਪ, ਕਿ ਸਿੰਕਰੋਸਕੋਪ ਨੂੰ ਯੂਜ਼ ਕਰਕੇ ਅਸੀਂ ਕਿਸ ਤਰ੍ਹਾਂ ਦੇ ਨਾਲ ਸਿੰਕਰੋਨਾਈਜੇਸ਼ਨ ਕਰ ਸਕਦੇ ਹਾਂ। ਇਹ ਮੈਥਡ ਆਪਾਂ ਨੇ ਦੇਖਣਾ ਹੈ, ਇਹ ਡਿਫਰੈਂਟ ਹੈ ਪਹਿਲੇ ਮੈਥਡਸ ਨਾਲੋਂ। ਇਹਦੇ ਵਿੱਚ ਅਸੀਂ ਸਿੰਕਰੋਸਕੋਪ ਇੱਕ ਛੋਟੀ ਜਿਹੀ ਮੋਟਰ ਜਾਂ ਮਸ਼ੀਨ ਹੈ ਉਹ ਯੂਜ਼ ਕਰਦੇ ਹਾਂ ਸਿੰਕਰੋਨਾਈਜ਼ ਕਰਨ ਲਈ, ਬਜਾਏ ਇਹਦੇ ਕਿ ਲੈਂਪਸ ਲਗਾਈਏ। ਉਹ ਬਹੁਤ ਓਲਡ ਮੈਥਡ ਹੈ, ਅੱਜ ਕੱਲ੍ਹ ਯੂਜ਼ ਨਹੀਂ ਹੁੰਦਾ ਲੈਂਪ ਵਾਲਾ, ਅੱਜ ਕੱਲ੍ਹ ਆਪਾਂ ਇਹ ਮੈਥਡ ਯੂਜ਼ ਕਰਦੇ ਹਾਂ। ਸਿੰਕਰੋਸਕੋਪ ਮੈਥਡ ਦੇ ਵਿੱਚ ਕਿਸ ਤਰ੍ਹਾਂ ਨਾਲ ਕੰਮ ਕਰਦੇ ਹਾਂ, ਬਹੁਤ ਸੌਖਾ ਜਿਹਾ ਗੱਲ ਹੈ। ਇਹ ਅਲਟਰਨੇਟਰ ਸਾਡਾ ਆਲਰੇਡੀ ਚੱਲ ਰਿਹਾ ਹੈ, ਇਹ ਕਨੈਕਟ ਕੀਤਾ ਹੋਇਆ ਬੱਸ ਬਾਰ ਦੇ ਨਾਲ, ਆਰ ਵਾਈ ਬੀ, ਇਹ 3 ਬੱਸ ਬਾਰ ਨੇ, ਮੇਨ ਬੱਸ ਬਾਰ ਕਹਿੰਦੇ ਹਨ। ਆ ਮੇਨ ਬੱਸ ਬਾਰ ਲਿਖਿਆ ਨਾ ਕਿਹੜੇ ਕਿਹੜੇ ਨੇ, ਆਰ ਵਾਈ ਤੇ ਬੀ, ਇਹ 3 ਮੇਨ ਬੱਸ ਬਾਰ ਨੇ। ਇਹ ਤੋਂ ਥੱਲੇ 2 ਲਾਈਨਾਂ ਹੋਰ ਬਣਾਈਆਂ ਹੋਈਆਂ ਨੇ ਐਕਸਟਰਾ, ਇਹ ਸਿੰਕਰੋਨਾਈਜ਼ਿੰਗ ਬੱਸ ਬਾਰ ਨੇ। ਇਹ ਪਾਵਰ ਸਟੇਸ਼ਨ ਤੇ 2 ਲਾਈਨਾਂ ਅਲੱਗ ਤੋਂ ਲਗਾਈਆਂ ਹੁੰਦੀਆਂ ਨੇ, ਇਹਨਾਂ ਨੂੰ ਕਹਿੰਦੇ ਆ ਸਿੰਕਰੋਨਾਈਜ਼ਿੰਗ ਬੱਸ ਬਾਰ। ਇਜ਼ ਇਟ ਓਕੇ? ਹੈਲੋ, ਅੱਛਾ,
ਹੁਣ ਅਸੀਂ ਕਨੈਕਸ਼ਨ ਕਿਸ ਤਰ੍ਹਾਂ ਦੇਣੇ ਨੇ, ਜਿਹੜਾ ਅਲਟਰਨੇਟਰ ਸਾਡਾ ਆਲਰੇਡੀ ਚੱਲ ਰਿਹਾ ਹੈ ਉਹ ਤਾਂ ਆਪਾਂ ਨੇ RYB ਨਾਲ ਲਗਾਇਆ ਹੋਇਆ, ਇੱਥੇ ਆ ਦੇਖੋ ਕਨੈਕਸ਼ਨ ਹੋਏ ਆ। ਜਿਹੜਾ ਇਨਕਮਿੰਗ ਹੈ ਉਹਦੀ ਸਵਿਚ ਅਜੇ ਆਫ ਹੈ, ਇਹਦੀ ਸਵਿਚ ਔਨ ਹੈ। ਇਨਕਮਿੰਗ ਅਲਟਰਨੇਟਰ ਦੀ ਸਵਿਚ ਅਜੇ ਆਫ ਹੈ। ਜਦੋਂ ਇਹ ਸਿੰਕਰੋਨਾਈਜ਼ ਹੋ ਜਾਊਗਾ, ਇਹਦੀਆਂ ਟਰਮ ਐਂਡ ਕੰਡੀਸ਼ਨ ਫੁੱਲਫਿਲ ਹੋ ਜਾਣਗੀਆਂ, ਫਿਰ ਅਸੀਂ ਸਵਿਚ ਨੂੰ ਔਨ ਕਰਾਂਗੇ। ਤਾਂ ਸਵਿਚ ਨੂੰ ਔਨ ਕਰਨ ਤੋਂ ਪਹਿਲੇ ਇੱਥੇ ਕੀ ਦੇਖਣਾ ਆਪਾਂ ਨੇ ਉਹ ਸੋਚਣਾ। ਇੱਕ ਤਾਂ ਸਾਡੇ ਕੋਲੇ ਆਹ Y ਫੇਜ਼ ਤੋਂ ਔਰ B ਫੇਜ਼ ਤੋਂ ਇੱਕ ਆਪਾਂ ਨੇ PT ਲਗਾਤਾ, ਪੋਟੈਂਸ਼ੀਅਲ ਟਰਾਂਸਫਾਰਮਰ, ਕਿਉਂਕਿ ਅਲਟਰਨੇਟਰ ਆਮ ਕਰਕੇ 11,000 ਜਾਂ 33,000 ਵੋਲਟ ਦੇ ਹੁੰਦੇ ਨੇ। PT ਲਗਾ ਕੇ ਆਪਾਂ ਇਹਨੂੰ ਲੋ ਵੋਲਟੇਜ ਬਣਾ ਲਈ ਸੈਕੰਡਰੀ ਤੇ। ਇਸ ਲੋ ਵੋਲਟੇਜ ਨੂੰ ਅਸੀਂ ਇੱਥੇ ਆ ਪਲੱਗ ਲਿਖਿਆ ਨਾ, ਪਲੱਗ ਦਾ ਮਤਲਬ ਹੈ ਇਹਨਾਂ ਦੋ ਪੁਆਇੰਟਾਂ ਦੇ ਵਿੱਚ ਕਨੈਕਸ਼ਨ ਬਣਾ ਦਾਂਗੇ, ਇਹਨਾਂ ਦੋ 'ਚ ਬਣਾ ਦਾਂਗੇ ਸਵਿਚ ਵਾਂਗ। ਤਾਂ ਇਹ ਜੁੜ ਜਾਏਗਾ ਕਿਹਦੇ ਨਾਲ, ਸਿੰਕਰੋਨਾਈਜ਼ਿੰਗ ਬੱਸ ਬਾਰ ਦੇ ਨਾਲ। ਸਿੰਕਰੋਨਾਈਜ਼ਿੰਗ ਬੱਸ ਬਾਰ ਦੇ ਨਾਲ ਇਹ ਕਨੈਕਟ ਹੋ ਜਾਏਗਾ। ਇਜ਼ ਇਟ ਓਕੇ? ਆ ਕਿਹੜਾ ਅਲਟਰਨੇਟਰ ਜਿਹੜਾ ਅਸੀਂ ਸਿੰਕਰੋਨਾਈਜ਼ ਕਰਨਾ ਹੈ, ਉਹ ਇਹਨਾਂ ਪੁਆਇੰਟਾਂ ਦੇ ਥਰੂ ਇਸ ਦੇ ਨਾਲ ਕਨੈਕਟ ਕਰੇਗਾ। ਓਕੇ। ਦੂਸਰਾ ਜਿਹੜਾ ਮੇਨ ਬੱਸ ਬਾਰ ਨੇ ਉਹਨਾਂ ਤੋਂ ਸੇਮ ਫੇਜ਼ ਲੈ ਕੇ, ਇਹ ਵੀ ਫੇਜ਼ ਕਿਹੜਾ ਲਿਆ ਸੀ, R ਤੇ Y। ਆ ਦੇਖੋ R ਤੇ Y ਆਪਾਂ ਨੇ ਇੱਥੇ ਲੈ ਕੇ ਗਏ ਆ, ਇੱਧਰ ਸੈਕੰਡਰੀ ਇਹਦੀ ਸਿੰਕਰੋਨਾਈਜ਼ਿੰਗ ਬੱਸ ਬਾਰ ਨਾਲ ਲਗਾਈ ਹੈ। ਸੇਮ ਦੋਨੇ ਹੀ ਫੇਜ਼ R ਤੇ Y ਇਹ ਆਪਾਂ ਇੱਕ ਹੋਰ PT ਤੇ ਲਿਆਵਾਂਗੇ। ਇਹ PT ਦੀ ਸੈਕੰਡਰੀ ਨੂੰ ਆਪਾਂ ਕਨੈਕਟ ਕਰਾਂਗੇ ਆ ਸਿੰਕਰੋਸਕੋਪ ਦੇ ਨਾਲ, ਰਾਈਟ। ਤੇ ਆ ਜਿਹੜੇ ਸਿੰਕਰੋਨਾਈਜ਼ਿੰਗ ਬੱਸ ਬਾਰ ਨੇ ਇਹ ਵੀ ਸਿੰਕਰੋਸਕੋਪ ਨਾਲ ਲਾ ਦੇਣੇ ਨੇ। ਆ ਦੋ ਤਾਰਾਂ ਇਹਦੀਆਂ ਆ ਕੇ ਸਿੰਕਰੋਸਕੋਪ ਨੂੰ ਲੱਗੀਆਂ, ਮਤਲਬ ਸਿੰਕਰੋਸਕੋਪ ਦੇ 4 ਟਰਮੀਨਲ ਨੇ। ਦੋ ਆਪਾਂ ਨੇ ਲਿਆਂਦੇ ਮੇਨ ਬੱਸ ਬਾਰ ਤੋਂ, PT ਲਗਾ ਕੇ ਵੋਲਟੇਜ ਸਟੈਪ ਡਾਊਨ ਕਰਕੇ ਇਹਨੂੰ ਦੇਤੇ। ਦੋ ਅਸੀਂ ਸਿੰਕਰੋਨਾਈਜ਼ਿੰਗ ਬੱਸ ਬਾਰ ਤੋਂ ਲਿਆਂਦੇ ਕਿਸੇ ਇੱਕ ਅਲਟਰਨੇਟਰ ਦੇ। ਇਹ ਸਿੰਕਰੋਨਾਈਜ਼ਿੰਗ ਬੱਸ ਬਾਰ ਤੋਂ ਕਿਹੜੇ ਅਲਟਰਨੇਟਰ ਦੇ ਆ, ਜਿਹੜਾ ਅਜੇ ਅਸੀਂ ਸਿੰਕਰੋਨਾਈਜ਼ ਕਰ ਰਹੇ ਹਾਂ। ਤਾਂ ਇਹ ਹੁਣ ਸਿੰਕਰੋਸਕੋਪ ਕੀ ਹੈ ਇਹ ਸਮਝਣਾ। ਸਿੰਕਰੋਸਕੋਪ ਪੋਲਰਾਈਜ਼ਡ ਵੇਨ ਇੰਸਟਰੂਮੈਂਟ ਹੋ ਸਕਦਾ ਹੈ, ਮੂਵਿੰਗ ਆਇਰਨ ਇੰਸਟਰੂਮੈਂਟ ਹੋ ਸਕਦਾ ਹੈ, ਮੂਵਿੰਗ ਕੋਇਲ ਇੰਸਟਰੂਮੈਂਟ ਹੋ ਸਕਦਾ, ਕ੍ਰੋਸ ਕੋਇਲ। ਠੀਕ ਹੈ, ਜਿਹੜਾ ਟਾਰਕ ਪ੍ਰੋਡਿਊਸ ਕਰ ਦੇਵੇ ਜਦੋਂ ਦੋਨੋਂ ਕੋਇਲ ਨੂੰ ਡਿਫਰੈਂਟ ਫੇਜ਼ ਤੇ ਵੋਲਟੇਜ ਮਿਲੇ। ਠੀਕ, ਜਾਂ ਜ਼ਿਆਦਾ ਕਰਕੇ ਜਿਹੜਾ ਬਹੁਤ ਸਿੰਪਲ ਸਿੰਕਰੋਸਕੋਪ ਆ ਉਹ ਕੀ ਹੁੰਦਾ ਹੈ, ਸਿੰਗਲ ਫੇਸ ਮੋਟਰ। ਸਿੰਗਲ ਫੇਸ ਮੋਟਰ ਦੇ ਵਿੱਚ ਦੋ ਵਾਈਂਡਿੰਗ ਹੁੰਦੀਆਂ, ਇੱਕ ਸਟਾਰਟਿੰਗ ਇੱਕ ਰਨਿੰਗ। ਠੀਕ ਹੈ, ਸਟਾਰਟਿੰਗ ਵਾਈਂਡਿੰਗ ਨੂੰ ਆ ਦੋ ਤਾਰਾਂ ਲਿਆ ਕੇ ਲਗਾ ਦਾਂਗੇ ਆਪਾਂ ਮੋਟਰ ਦੀ ਨੂੰ, ਰਨਿੰਗ ਵਾਈਂਡਿੰਗ ਨੂੰ ਸਿੰਗਲ ਫੇਸ ਦੀ ਨੂੰ ਆ ਦੋ ਤਾਰਾਂ ਲਗਾ ਦਿਆਂਗੇ। ਸਿੰਗਲ ਫੇਸ ਦੋ ਵਾਈਂਡਿੰਗ ਹੁੰਦੇ ਨਾ, ਸਟਾਰਟਿੰਗ ਤੇ ਰਨਿੰਗ। ਹੈਲੋ, ਅੱਛਾ। ਹੁਣ ਜਦੋਂ ਵੀ ਇਹਨਾਂ ਦੋਨਾਂ ਦੇ ਵਿੱਚ ਫੇਜ਼ ਡਿਫਰੈਂਸ ਨਹੀਂ ਹੋਊਗਾ ਤਾਂ ਵੋਲਟੇਜ ਸਾਡੇ ਕੋਲੇ ਰੋਟੇਟਿੰਗ ਫੀਲਡ ਨਹੀਂ ਬਣੇਗਾ, ਤਾਂ ਇੱਥੇ ਰੋਟੇਸ਼ਨ ਨਹੀਂ ਆਏਗੀ। ਆ ਰੋਟਰ ਜਿਹੜਾ ਰੋਟੇਟ ਨਹੀਂ ਕਰੇਗਾ, ਪੁਆਇੰਟਰ ਜਿਹੜਾ ਇੱਥੇ ਲੱਗਿਆ ਹੋਇਆ ਰੋਟੇਟ ਨਹੀਂ ਕਰੇਗਾ, ਇਹ ਖੜਾ ਰਹੇਗਾ ਆਪਣੀ ਜਗ੍ਹਾ ਤੇ। ਜਦੋਂ ਦੋਨਾਂ ਦੇ ਵਿੱਚ ਫੇਜ਼ ਡਿਫਰੈਂਸ ਹੋਏਗਾ ਫਿਰ ਕੀ ਹੋਏਗਾ, ਟਾਰਕ ਪ੍ਰੋਡਿਊਸ ਹੋਏਗੀ। ਟਾਰਕ ਪ੍ਰੋਡਿਊਸ ਹੋਏਗੀ ਤਾਂ ਇਹ ਰੋਟੇਟ ਕਰਨ ਲੱਗ ਜਾਏਗਾ। ਇਹਦਾ ਇੱਕ ਪਾਸੇ ਇਹਦੇ ਇੱਧਰਲੇ ਪਾਸੇ ਮੰਨ ਲਓ ਲਿਖਿਆ ਆਪਾਂ ਨੇ ਫਾਸਟ, ਇੱਧਰ ਲਿਖਿਆ ਸਲੋ। ਜੇ ਫ੍ਰੀਕੁਐਂਸੀ ਜ਼ਿਆਦਾ ਹੈ, ਫਾਸਟ ਚੱਲ ਰਿਹਾ ਆਪਣਾ ਅਲਟਰਨੇਟਰ ਜਿਹੜਾ ਸਿੰਕਰੋਨਾਈਜ਼ ਕਰਨਾ ਹੈ, ਤਾਂ ਇੱਧਰਲੇ ਪਾਸੇ ਨੂੰ ਰੋਟੇਟ ਕਰੇਗਾ। ਜੇ ਇਹ ਸਲੋ ਹੈ ਤਾਂ ਦੂਜੇ ਪਾਸੇ ਨੂੰ ਰੋਟੇਟ ਕਰੇਗਾ। ਇਹਦੇ ਤੇ ਮਾਰਕ ਕੀਤਾ ਹੋਏਗਾ ਕਿ ਇਸ ਪਾਸੇ ਸਲੋ ਹੈ, ਇੱਧਰ ਫਾਸਟ ਹੈ। ਠੀਕ, ਤੇ ਜੇ ਇਹ ਇੱਕ ਇੱਦਾਂ ਟੇਢਾ ਖੜ ਗਿਆ, ਇਸ ਜਗ੍ਹਾ ਤੇ ਆ ਕੇ ਰੁਕ ਗਿਆ, ਇੱਕ ਮਿੰਟ ਰੁਕਿਓ ਜਰਾ। ਜੇ ਮੰਨ ਲਓ ਇਹਦੀ ਪੋਜੀਸ਼ਨ ਇੱਥੇ ਆ ਕੇ ਖੜ ਜਵੇ, ਇਹ ਇਸ ਜਗ੍ਹਾ ਤੇ ਤਿਰਛਾ ਇੱਥੇ ਖੜ ਜਵੇ, ਇਹਦਾ ਮਤਲਬ ਹੈ ਫੇਜ਼ ਦਾ ਡਿਫਰੈਂਸ ਹੈ, ਐਗਜ਼ੈਕਟਲੀ ਆਪੋਜਿਟ ਫੇਜ਼ ਨਹੀਂ ਹੈਗੇ, ਚਾਹੇ ਇਹ ਰੁਕਿਆ ਹੀ ਹੋਇਆ। ਤਾਂ ਬੈਸਟ ਕੰਡੀਸ਼ਨ ਕੀ ਹੋਏਗੀ, ਜਦੋਂ ਇਹ ਬਿਲਕੁਲ ਜ਼ੀਰੋ ਤੇ, ਜਿੱਥੇ ਇਸ ਵੇਲੇ ਦਿਖਾਇਆ ਹੋਇਆ ਸੈਂਟਰ ਦੇ ਵਿੱਚ ਜਦੋਂ ਇਹ ਪੁਆਇੰਟਰ ਖੜਾ ਤਾਂ ਉਸ ਵੇਲੇ ਆਪਾਂ ਆਹ ਸਵਿਚ ਔਨ ਕਰ ਦਾਂਗੇ, ਸਾਡੀ ਇਹ ਵਾਲੀ ਸਵਿਚ ਨੂੰ ਔਨ ਕਰ ਦਾਂਗੇ ਤਾਂ ਅਲਟਰਨੇਟਰ ਸਾਡਾ ਸਿੰਕਰੋਨਾਈਜ਼ ਹੋ ਗਿਆ। ਫਿਰ ਇਹ ਚੱਲਦਾ ਰਹੇਗਾ। ਉਸ ਤੋਂ ਬਾਅਦ PTCT ਦੀ ਸਪਲਾਈ ਆਪਾਂ ਕੱਟ ਦਿਆਂਗੇ ਆ ਪਲੱਗ ਤੋਂ ਦੋਨਾਂ ਤੋਂ, ਤਾਂ ਕਿ ਇਹ ਨਾ ਚੱਲਦੇ ਰਹਿਣ, ਇਹਨਾਂ ਦੀ ਕੋਈ ਲੋੜ ਨਹੀਂ। ਤਾਂ ਇਸੇ ਤਰ੍ਹਾਂ ਦੇ ਨਾਲ ਜਿੰਨੇ ਵੀ ਅਲਟਰਨੇਟਰ ਹੋਣਗੇ, ਜੇ ਅੱਗੇ ਇੱਕ ਅਲਟਰਨੇਟਰ ਮਤਲਬ ਇੱਥੇ ਹੋਰ ਪਿਆ ਹੈ, ਉਹਦੇ ਵੀ ਅਸੀਂ ਦੋ ਫੇਜ਼ PT ਦੇ ਥਰੂ ਆ ਸਿੰਕਰੋਨਾਈਜ਼ਿੰਗ ਬਾਰ ਨਾਲ ਲਗਾ ਦਾਂਗੇ। ਠੀਕ ਹੈ, ਮੇਨ ਦੇ ਇਹਦੇ ਨਾਲ ਲੱਗੇ ਹੋਏ ਆ ਸਿੰਕਰੋਸਕੋਪ ਨਾਲ। ਤਾਂ ਜਿੰਨੇ ਮਰਜ਼ੀ ਅਲਟਰਨੇਟਰ ਅਸੀਂ ਇੱਕੋ ਹੀ ਸਿੰਕਰੋਸਕੋਪ ਯੂਜ਼ ਕਰਕੇ, ਇੱਕੋ ਹੀ ਸਿੰਕਰੋਸਕੋਪ ਯੂਜ਼ ਕਰਾਂਗੇ ਔਰ ਜਿੰਨੇ ਮਰਜ਼ੀ ਅਲਟਰਨੇਟਰ ਅਸੀਂ ਸਿੰਕਰੋਨਾਈਜ਼ ਕਰਦੇ ਰਹੇ। ਰਾਈਟ, ਹਾਂ ਕੋਈ ਕੁਐਸਚਨ ਹੈ ਤਾਂ ਹੁਣ ਪੁੱਛੋ। ਸਿੰਕਰੋਨਾਈਜੇਸ਼ਨ ਦਾ ਇਹ ਮੇਨ ਮੈਥਡ ਹੈ ਐਗਜ਼ਾਮ ਲਈ ਸਾਡੇ ਸਿਲੇਬਸ ਦਾ। ਤੇ ਪਰ ਕੁਐਸਚਨ ਡਾਰਕ ਤੇ ਬ੍ਰਾਈਟ ਲੈਂਪ ਮੈਥਡ ਦਾ ਵੀ ਆਉਣਾ, ਉਹ ਵੀ ਪੜ੍ਹਨੇ ਆਪਾਂ।
ਪੁਰਾਣੇ ਪੇਪਰਾਂ 'ਚ ਸਾਰਿਆਂ 'ਚ ਆਉਂਦਾ, ਸਿਲੇਬਸ 'ਚੋਂ ਬਾਹਰ ਹੋਇਆ ਬਹੁਤ ਦੇਰ ਹੋ ਗਈ ਆ। ਕੋਈ ਕੁਐਸਚਨ ਕਿਸੇ ਦਾ? ਉਹਦਾ ਫੰਕਸ਼ਨ ਹੈ ਬਈ ਅਸੀਂ ਇਹਨੂੰ ਉਦੋਂ ਹੀ ਔਨ ਕਰਨਾ ਜਦੋਂ ਅਸੀਂ ਆਹ ਅਲਟਰਨੇਟਰ ਨੂੰ ਸਿੰਕਰੋਨਾਈਜ਼ ਕਰਨਾ ਹੈ, ਸਾਰਾ ਦਿਨ ਨਾ ਸਪਲਾਈ ਮਿਲੀ ਰਹੇ ਇਹਨੂੰ, ਠੀਕ ਹੈ। ਹਮੇਸ਼ਾ ਹੀ ਸਪਲਾਈ ਟਰਾਂਸਫਾਰਮਰ ਨੂੰ ਮਿਲੀ ਰਹੇਗੀ ਜਾਂ ਇਹ ਮਸ਼ੀਨ ਨੂੰ ਮਿਲੀ ਰਹੇਗੀ ਤਾਂ ਯੂਜ਼ਲੈਸਲੀ ਆਪਣੇ ਕੋਲ ਕਰੰਟ ਫਲੋ ਹੋਈ ਜਾਏਗਾ ਨਾ, ਲੋਸਿਸ ਹੋਈ ਜਾਣਗੇ। ਜਦੋਂ ਅਸੀਂ ਸਿੰਕਰੋਨਾਈਜ਼ ਕਰਨਾ ਉਹ 5 ਮਿੰਟ ਲਈ ਅਸੀਂ ਇਹਨੂੰ ਔਨ ਕਰ ਲਾਂਗੇ, ਅਦਰਵਾਈਜ਼ ਇਹਨੂੰ ਬੰਦ ਰੱਖਾਂਗੇ। ਇੱਕ ਵਾਰੀ ਜਦੋਂ ਅਸੀਂ ਆਲਟਰਨੇਟਰ ਨੂੰ ਸਿੰਕਰੋਨਾਈਜ਼ ਕਰਕੇ ਆ ਸਵਿਚ ਔਨ ਕਰਤੀ, ਫਿਰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ, ਸਿੰਕਰੋਸਕੋਪ ਦੀ ਜਾਂ ਸੀਟੀ ਪੀਟੀ ਸਾਰੇ ਸਰਕਟ ਚੋਂ ਕੱਢ ਦਿਆਂਗੇ ਫਿਰ। ਓਕੇ, ਹਾਂਜੀ, ਹੋਰ ਕੋਈ ਕੁਐਸਚਨ ਕਿਸੇ ਦਾ? ਹੈਲੋ, ਓਕੇ ਦੈਨ, ਥੈਂਕ ਯੂ। ਬਾਕੀ ਫਿਰ ਕੱਲ ਮਿਲਾਂਗੇ ਆਪਾਂ।